ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਜਪਜੀ ਸਾਹਿਬ ਦੀ ਬਾਣੀ ਜੋ ਕਿ ਕੀਮਤੀ ਹੀਰੇ ਮੋਤੀਆਂ ਨਾਲ ਮਾਲਾਮਾਲ ਬਾਣੀ ਹੈ ਅਤੇ ਇਹ ਐਸੀ ਸਮੁੰਦਰ ਰੂਪ ਬਾਣੀ ਹੈ ਜਿਸ ਅੰਦਰ ਜਿੰਨਾ ਕੋਈ ਡੂੰਘਾ ਖੋਜਦਾ ਹੈ ਉਸ ਨੂੰ ਉਨੇ ਹੋਰ ਕੀਮਤੀ ਗੁਣਾ ਰੂਪੀ ਖਜ਼ਾਨੇ ਤਾਂ ਮਿਲਦੇ ਹੀ ਹਨ, ਨਾਲ ਦੇ ਨਾਲ ਗੁਰੂ ਸਾਹਿਬ ਦਾ ਪਿਆਰ ਵੀ ਮਿਲਦਾ ਹੈ, ਅਕਾਲ ਪੁਰਖ ਦੀ ਸਮਝ ਵੀ ਮਿਲਦੀ ਹੈ, ਉਸ ਦਾ ਕਰਮ ਵੀ ਮਿਲਦਾ ਹੈ ਅਤੇ ਜਿਸ ਨੇ ਪਿਛਲੀ ਭਾਵ 32ਵੀਂ ਪੌੜੀ ਨੂੰ ਧਿਆਨ ਨਾਲ ਸਮਝਿਆ ਉਸ ਨੂੰ ਇੱਕ ਹੋਰ ਗੱਲ ਦੀ ਸਮਝ ਪੈਂਦੀ ਹੈ, ਉਹ ਹੈ ਨਦਰ ਦੀ, ਅਕਾਲ ਪੁਰਖ ਦੀ ਬਖਸ਼ਿਸ਼। ਗੁਰੂ ਪਿਆਰੋ, ਰੱਬੀ ਕਰਮ ਦੀ ਉਸ ਨੂੰ ਹੀ ਸਮਝ ਪੈਂਦੀ ਹੈ ਜੋ ਪਹਿਲੀਆਂ 3 ਪੌੜੀਆਂ ਭਾਵ ਧਰਮ, ਗਿਆਨ ਤੇ ਸ਼ਰਮ ਦੀ ਸਮਝ ਹੋਵੇ, ਜੋ ਇਹਨਾਂ ਪੌੜੀਆਂ ਤੇ ਚੜਿਆ ਹੋਵੇ। ਤਾਂ ਗੁਰੂ ਪਿਆਰੋ, ਗੁਰੂ ਪਾਤਸ਼ਾਹ 5 ਖੰਡਾਂ ਦੀ ਵਿਚਾਰ ਦੇਣ ਤੋਂ ਪਹਿਲਾਂ ਉਸ ਮਨ ਦੀ ਅਵਸਥਾ ਬਿਆਨ ਕਰ ਰਹੇ ਹਨ ਜੋ ਨਦਰ ਨੂੰ ਸਮਝ ਚੁੱਕਾ ਹੈ ਅਤੇ ਸਮਝ ਵਿੱਚ ਆਇਆ ਹੀ ਉਸ ਨੂੰ ਪਤਾ ਲੱਗਾ ਕਿ ਮੈਂ ਹੁਣ ਸਮੁੰਦਰ ਵਿੱਚ ਆਪਣੀ ਬੇੜੀ ਨੂੰ ਧੱਕਾ ਲਾ ਕੇ ਕਿਸੇ ਪਾਸੇ ਲੈ ਕੇ ਨਹੀਂ ਜਾਣਾ, ਹੁਣ ਤਾਂ ਜਿੱਧਰ ਮਾਲਕ ਲੈ ਜਾਵੇਗਾ ਚਲੇ ਜਾਣਾ ਹੈ, ਕਿਉਂਕਿ ਮੈਂ ਤਾਂ ਹੁਣ ਰਿਹਾ ਹੀ ਨਹੀਂ, ਹੁਣ ਤਾਂ ਬਸ ਉਹੀ ਹੈ, ਹੁਣ ਤਾਂ ਬਸ ਤੂੰ ਹੀ ਤੂੰ ਹੈ, ਆਪਣਾ ਸਭ ਕੁਝ ਬਸ ਹੁਣ ਉਸ ਦੇ ਹਵਾਲੇ ਕਰ ਦਿੱਤਾ ਹੈ, ਮੇਰਾ ਕੋਈ ਜ਼ੋਰ ਨਹੀਂ, ਜਿਸ ਦਾ ਜ਼ੋਰ ਹੈ ਉਸ ਨੂੰ ਸਮਰਪਣ ਕਰ ਦਿੱਤਾ ਹੈ। ਤਾਂ ਇਸ ਅਵਸਥਾ ਤੱਕ ਜੋ ਪੁੱਜਾ ਹੈ ਉਸ ਬਾਰੇ ਗੁਰੂ ਸਾਹਿਬ 33ਵੀਂ ਪੌੜੀ ਦੀ ਪਹਿਲੀ ਤੁਕ ਅੰਦਰ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ ਕਿ ਆਖਣ ਜ਼ੋਰ ਚੁਪੈ ਨਹ ਜ਼ੋਰ। ਪਿਛਲੀ ਪੌੜੀ ਦੀ ਅੰਤਰੀ ਤੁਕ ਸੀ ਕਿ ਨਾਨਕ ਨਦਰੀ ਪਾਈਏ, ਅਕਾਲ ਪੁਰਖ ਦੀ ਨਦਰ ਨਾਲ ਹੀ ਉਸ ਨੂੰ ਪਾਇਆ ਜਾ ਸਕਦਾ ਹੈ, ਭਾਵ ਰੱਬੀ ਮਿਲਾਪ ਦੀ ਪੌੜੀ ਦੇ ਆਖਰੀ ਡੰਡੇ ਤੱਕ ਪਹੁੰਚਣਾ ਹੈ ਤਾਂ ਉਸ ਦੀ ਨਦਰ ਦੇ ਪਾਤਰ ਬਣਨਾ ਬਹੁਤ ਜ਼ਰੂਰੀ ਹੈ ਅਤੇ ਜਿਸ ਨੂੰ ਨਦਰ ਦੀ ਸਮਝ ਆ ਜਾਏ ਉਸ ਅੰਦਰ ਫਿਰ ਕੁਝ ਰਹਿ ਹੀ ਨਹੀਂ ਜਾਂਦਾ, ਭਾਵ ਉਹ ਫਿਰ ਸਿਰਫ ਤੇ ਸਿਰਫ ਜੋਤ ਹੁੰਦਾ ਹੈ, ਹੋਰ ਕੁਝ ਨਹੀਂ। ਉਸ ਅੰਦਰ ਬਾਕੀ ਸਾਰੇ ਵਿਕਾਰ, ਵਹਿਮ, ਭਰਮ, ਸਾਰਾ ਕੂੜ ਦੂਰ ਹੋ ਜਾਂਦਾ ਹੈ ਅਤੇ ਜੋ ਬਚਦਾ ਹੈ ਉਹ ਹੈ ਸੱਚ, ਉਹ ਹੈ ਰੱਬ। ਅਤੇ ਇਹ ਮਨ ਫਿਰ ਸਮਝ ਜਾਂਦਾ ਹੈ ਕਿ ਹੁਣ ਜੋ ਵੀ ਹੋ ਰਿਹਾ ਹੈ ਇਸ ਵਿੱਚ ਹੁਣ ਮੇਰਾ ਜ਼ੋਰ ਨਹੀਂ ਹੈ, ਮੇਰੀ ਤਾਕਤ ਨਹੀਂ ਹੈ, ਮੇਰੀ ਸਮਝ ਨਹੀਂ ਹੈ, ਸਾਰਾ ਜ਼ੋਰ ਮੇਰੇ ਮਾਲਕ ਦਾ ਹੈ। ਅਤੇ ਗੁਰੂ ਪਿਆਰੋ, ਇਹ ਅਵਸਥਾ ਇੰਨੀ ਪਿਆਰੀ ਹੈ ਕਿ ਸ਼ਬਦਾਂ ਅੰਦਰ ਬੋਲ ਕੇ, ਲਿਖ ਕੇ, ਵਿਚਾਰ ਕੇ ਪੂਰੀ ਤਰ੍ਹਾਂ ਨਾਲ ਦੱਸਿਆ ਨਹੀਂ ਜਾ ਸਕਦਾ, ਇਸ ਨੂੰ ਸਿਰਫ ਮਾਣਿਆ ਜਾ ਸਕਦਾ ਹੈ, ਜੀਆ ਜਾ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਨਦਰ ਅੰਦਰ ਆਏ ਮਨ ਬਾਰੇ ਫਰਮਾਉਂਦੇ ਹਨ ਕਿ ਆਖਣ ਜ਼ੋਰ, ਭਾਵ ਕਦੋਂ ਕੀ ਆਖਣਾ ਹੈ, ਕੀ ਬੋਲਣਾ ਹੈ, ਕਦੋਂ ਬੋਲਣਾ ਹੈ, ਕਿੰਨਾ ਬੋਲਣਾ ਹੈ, ਇਸ ਤੇ ਵੀ ਹੁਣ ਮੇਰਾ ਜ਼ੋਰ ਨਹੀਂ ਰਿਹਾ। ਕਦੋਂ? ਜਦੋਂ ਨਦਰ ਦੀ ਸਮਝ ਹੈ। ਜਿਵੇਂ ਕਿ ਗੁਰੂ ਸਾਹਿਬ ਕਰਮ ਖੰਡ ਵਿੱਚ ਫਰਮਾਉਂਦੇ ਹਨ ਕਿ ਕਰਮ ਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ, ਭਾਵ ਇਸ ਅਵਸਥਾ ਤੱਕ ਜੋ ਪੁੱਜਦਾ ਹੈ ਉੱਤੇ ਹੋਰ ਕੋਈ ਦੂਜਾ ਹੁੰਦਾ ਹੀ ਨਹੀਂ ਹੈ, ਸਿਰਫ ਤੇ ਸਿਰਫ ਇੱਕ ਨਿਰੰਕਾਰ ਹੁੰਦਾ ਹੈ, ਉਹੀ ਸਭ ਦਾ ਰੂਪ ਲੱਗਦਾ ਹੈ, ਉਸ ਦਾ ਹੀ ਹੁਕਮ ਸਭ ਪਾਸੇ ਚੱਲਦਾ ਦਿਸਦਾ ਹੈ ਅਤੇ ਨਦਰ ਚ ਰੰਗਿਆ ਮਨ ਕਹਿੰਦਾ ਹੈ ਕਿ ਨਾ ਮੇਰਾ ਬੋਲਣ ਵਿੱਚ ਕੋਈ ਜ਼ੋਰ ਹੈ, ਨਾ ਚੁੱਪ ਰਹਿਣ ਵਿੱਚ। ਜਦ ਮੇਰਾ ਮਾਲਕ ਚਾਹੁੰਦਾ ਹੈ ਮੇਰੇ ਤੋਂ ਉਹ ਬੋਲ ਬਲਵਾ ਲੈਂਦਾ ਹੈ। ਜਿਵੇਂ ਕਿ ਸੁਖਮਨੀ ਸਾਹਿਬ ਅੰਦਰ ਵੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਕਿਛ ਕਹਿਣਾ ਸੋ ਆਪੇ ਕਹੇ, ਜੋ ਕੁਝ ਕਹਿਣਾ ਹੈ ਉਹ ਹੁਣ ਆਪੇ ਹੀ ਕਹਿ ਲੈਂਦਾ ਹੈ, ਮੈਂ ਤਾਂ ਵਿੱਚੋਂ ਹਟ ਗਿਆ ਹਾਂ, ਮੈਂ ਤਾਂ ਰਹਿ ਹੀ ਨਹੀਂ ਗਿਆ, ਮੇਰਾ ਨਾ ਤਾਂ ਬੋਲਣ ਵਿੱਚ ਜ਼ੋਰ ਹੈ, ਨਾ ਹੀ ਚੁੱਪ ਰਹਿਣ ਵਿੱਚ। ਮੇਰਾ ਮਾਲਕ ਆਪ ਹੀ ਬੋਲ ਬੁਲਵਾ ਵੀ ਲੈਂਦਾ ਹੈ ਅਤੇ ਆਪ ਹੀ ਜਦ ਚੁੱਪ ਰਹਿਣ ਨੂੰ ਕਹੇ ਤਾਂ ਚੁੱਪ ਰਹਿੰਦਾ ਹਾਂ। ਗੁਰੂ ਪਿਆਰੋ, ਜੇ ਅਸੀਂ ਆਪਣੀ ਜ਼ਿੰਦਗੀ ਦੇਖੇ ਤਾਂ ਅਸੀਂ ਜਦ ਆਪਣੀ ਮਰਜ਼ੀ ਕਰਦੇ ਹਾਂ, ਆਪਣੇ ਜ਼ੋਰ ਨਾਲ ਬੋਲਦੇ ਹਾਂ ਤਾਂ ਬਹੁਤ ਕੁਝ ਐਸਾ ਬੋਲ ਜਾਂਦੇ ਹਾਂ ਜਿਸ ਨਾਲ ਸਾਡਾ ਤਨ ਮਨ ਮੈਲਾ ਹੋ ਜਾਂਦਾ ਹੈ। ਪਰ ਜੋ ਮਨ ਹੁਕਮ ਨੂੰ ਸਮਝਦਾ ਹੈ, ਨਦਰ ਨੂੰ ਸਮਝਦਾ ਹੈ, ਉਹ ਫਿਰ ਉਹੀ ਬੋਲਦਾ ਹੈ ਜੋ ਮਾਲਕ ਬੁਲਾਉਂਦਾ ਹੈ। ਤਾਂ ਇਸ ਤੋਂ ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਿਰਫ ਬੋਲਣ ਤੇ ਚੁੱਪ ਰਹਿਣ ਵਿੱਚ ਹੀ ਨਹੀਂ, ਬਲਕਿ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਗੁਰੂ ਪਿਆਰੋ, ਜਦ ਤੱਕ ਸਾਡੇ ਅੰਦਰ ਮੈਂ ਮੇਰੀ ਹੁੰਦੀ ਹੈ ਤਾਂ ਸਾਡਾ ਮੰਗਣਾ ਸੰਸਾਰੀ ਹੁੰਦਾ ਹੈ, ਉਹੀ ਮੰਗਦੇ ਹਾਂ ਜੋ ਸਾਨੂੰ ਘੱਟ ਲੱਗਦਾ ਹੈ, ਜਾਂ ਦੂਜਿਆਂ ਵੱਲ ਦੇਖ ਕੇ ਮੰਗਦੇ ਹਾਂ ਕਿ ਮੈਨੂੰ ਵੀ ਉਹ ਮਿਲੇ ਜੋ ਦੂਜੇ ਨੂੰ ਮਿਲਿਆ। ਅਤੇ ਦਾਨ ਵੀ ਉਦੋਂ ਹੀ ਕਰਦੇ ਹਾਂ ਜਦ ਕਿਸੇ ਨੂੰ ਕੁਝ ਦਿਖਾਣਾ ਹੋਵੇ। ਤਾਂ ਸਾਡੇ ਮੰਗਣ ਤੇ ਦੇਣ ਅੰਦਰ ਵੀ ਮੈਲ ਹੈ, ਵਿਕਾਰ ਹੈ। ਪਰ ਜ਼ਰਾ ਅਕਾਲ ਪੁਰਖ ਵੱਲ ਦੇਖੀਏ ਜੋ ਦਿਨ ਰਾਤ ਦਾਤਾਂ ਵੰਡੀ ਜਾ ਰਿਹਾ ਹੈ ਪਰ ਕਦੇ ਆਪਣੇ ਦਿੱਤੇ ਦਾ ਹੰਕਾਰ ਨਹੀਂ ਕਰਦਾ। ਅਤੇ ਜਦ ਅਸੀਂ ਵੀ ਅਕਾਲ ਪੁਰਖ ਦਾ ਰੂਪ ਹੋਣ ਲਈ ਤੁਰਦੇ ਹਾਂ, ਭਾਵ ਜਦ ਅਸੀਂ ਵੀ ਗੁਰੂ ਸਾਹਿਬ ਦੀ ਬਾਣੀ ਰਾਹੀਂ ਮਨ ਨੂੰ ਸੋਹਣਾ ਬਣਾਉਂਦੇ ਹਾਂ, ਮਨ ਨੂੰ ਗੁਰਬਾਣੀ ਦਾ ਰੂਪ ਬਣਾ ਲੈਂਦੇ ਹਾਂ, ਤਾਂ ਕੀ ਮੰਗਣਾ ਹੈ ਤੇ ਕੀ ਦੇਣਾ ਹੈ ਇਸ ਅੰਦਰ ਵੀ ਸਾਡੀ ਮਰਜ਼ੀ ਫਿਰ ਨਹੀਂ ਰਹਿ ਜਾਂਦੀ। ਫਿਰ ਤਾਂ ਚਾਬੀ ਅਕਾਲ ਪੁਰਖ ਦੇ ਹੱਥ ਹੈ। ਉਸ ਦਾ ਹੁਕਮ ਹੁੰਦਾ ਹੈ ਤਾਂ ਮੰਗਾ ਵੀ ਲੈਂਦਾ ਹੈ, ਤੇ ਹੁਕਮ ਹੁੰਦਾ ਹੈ ਤਾਂ ਦਾਨ ਭਾਵ ਹੋਰਾਂ ਦੀ ਸੇਵਾ ਅੰਦਰ ਵੀ ਆਪ ਹੀ ਲਾ ਲੈਂਦਾ। ਗੁਰੂ ਪਿਆਰੋ, ਜਦ ਮਾਲਕ ਦੇ ਹੁਕਮ ਨੂੰ ਸਮਝ ਕੇ ਸੇਵਾ ਵਿੱਚ ਲੱਗਦੇ ਹਾਂ ਤਾਂ ਫਿਰ ਕਾਰਜ ਪੂਰੇ ਨਹੀਂ ਹੁੰਦੇ ਬਲਕਿ ਸੰਵਰ ਜਾਂਦੇ ਨੇ, ਸੋਹਣੇ ਹੋ ਜਾਂਦੇ ਨੇ। ਸੋ ਜਦ ਨਦਰ ਅੰਦਰ ਮਨ ਆਉਂਦਾ ਹੈ, ਜਦ ਇਸ ਪੌੜੀ ਤੇ ਮਨ ਹੁੰਦਾ ਹੈ
ਤਾਂ ਮੰਗਣਾ ਆਪਣੇ ਆਪ ਸੁਧਰ ਜਾਂਦਾ ਹੈ। ਫਿਰ ਮੰਗਾਂ ਵੀ ਆਪਣਾ ਜ਼ੋਰ ਨਹੀਂ ਮਨ ਤੇ ਪਾ ਸਕਦੀਆਂ, ਨਾ ਕੋਈ ਵਿਕਾਰ ਜ਼ੋਰ ਪਾ ਸਕਦਾ ਹੈ ਕਿ ਇਹ ਮੰਗ ਨਹੀਂ। ਮਨ ਫਿਰ ਉਹੀ ਮੰਗਦਾ ਹੈ ਜਾਂ ਉਹੀ ਦਾਨ ਕਰਦਾ ਹੈ ਜੋ ਉਸ ਦਾ ਹੁਕਮ ਹੋਏ, ਜੋ ਉਸ ਦੀ ਮਰਜ਼ੀ ਹੋਏ। ਆਪਣਾ ਜ਼ੋਰ ਫਿਰ ਮੁੱਕ ਜਾਂਦਾ ਹੈ, ਕਿਉਂਕਿ ਜਿਸ ਦੇ ਜ਼ੋਰ ਨਾਲ ਇਹ ਸਾਰਾ ਸੰਸਾਰ ਚੱਲ ਰਿਹਾ ਹੈ, ਜਦੋਂ ਉਸ ਨੂੰ ਹੀ ਆਪਣਾ ਆਪ ਹਵਾਲੇ ਕਰ ਦਿੱਤਾ, ਫਿਰ ਅਸੀਂ ਕਾਹਤੋਂ ਜ਼ੋਰ ਲਾਣਾ। ਇੱਕ ਗੱਲ ਹੋਰ ਗੁਰੂ ਪਿਆਰੋ, ਜਿਹੜੇ ਇਸ ਅਵਸਥਾ ਤੱਕ ਨਹੀਂ ਪੁੱਜੇ ਉਹ ਇੰਜ ਵੀ ਸੋਚਦੇ ਹਨ ਕਿ ਇਹ ਤਾਂ ਆਲਸਪੁਣ ਹੈ ਕਿ ਕੁਝ ਨਹੀਂ ਕਰਨਾ, ਜਦ ਹੁਕਮ ਹੋਏਗਾ ਤਾਂ ਕੁਝ ਕਰਨਾ ਹੈ। ਪਰ ਜੋ ਨਦਰ ਕਰਮ ਨੂੰ ਪਛਾਣਦਾ ਗੁਰੂ ਪਿਆਰੋ, ਉਹਦਾ ਤਾਂ ਹਰ ਦਿਨ ਹੀ ਸੰਘਰਸ਼ ਨਾਲ ਭਰਿਆ ਹੁੰਦਾ ਹੈ, ਕਿਉਂਕਿ ਹੁਕਮ ਵਾਲੀ ਰਾਹ ਖੰਡੇ ਧਾਰਾ ਹੈ। ਜਿਵੇਂ ਅਸੀਂ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਨੂੰ ਦੇਖੀਏ, ਕਿਵੇਂ ਸੰਘਰਸ਼ ਨਾਲ ਭਰੇ ਹੋਏ ਹਨ। ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਦੇਖੀਏ, ਜ਼ਿੰਦਗੀ ਦੇ ਸਾਰੇ ਦਿਨ ਮੁਸ਼ਕਲਾਂ ਨਾਲ ਭਰੇ ਹਨ, ਪਰ ਕਦੇ ਵੀ ਕੋਈ ਮੁਸ਼ਕਲ ਗੁਰੂ ਸਾਹਿਬ ਦਾ ਰਾਹ ਨਹੀਂ ਰੋਕ ਸਕੀ। ਕਿਉਂ? ਕਿਉਂਕਿ ਉਹ ਹੁਕਮ ਅੰਦਰ ਹਨ, ਨਦਰ ਅੰਦਰ ਸਨ। ਜਿਵੇਂ ਹੁਕਮ ਹੋਇਆ ਉਂਝ ਹੀ ਕਾਰਜ ਕੀਤੇ। ਇਸ ਜਗਤ ਅੰਦਰ ਇੱਕ ਗੁਰੂ ਸਾਹਿਬ ਹੀ ਹਨ ਜਿਨ੍ਹਾਂ ਨੂੰ ਇਸ ਜਗਤ ਦਾ ਸਭ ਤੋਂ ਵੱਡਾ ਦਾਤਾ, ਸਭ ਤੋਂ ਵੱਡਾ ਦਾਨ ਕਰਨ ਵਾਲਾ ਕਹਿੰਦੇ ਹਨ, ਸਰਬੰਸ ਦਾਨੀ ਕਹਿੰਦੇ ਹਨ। ਨਹੀਂ ਤਾਂ ਕੌਣ ਆਪਣੇ ਪੁੱਤਰਾਂ ਨੂੰ ਇੰਜ ਸ਼ਹੀਦੀ ਲਈ ਭੇਜਦਾ ਹੈ। ਇਹ ਜੋ ਵੀ ਹੋਇਆ ਹੁਕਮ ਅੰਦਰ ਹੋਇਆ, ਨਦਰ ਅੰਦਰ ਹੈ। ਗੁਰੂ ਪਿਆਰੋ, ਇੱਕ ਗੱਲ ਹੋਰ, ਜਦ ਅਸੀਂ ਆਪਣੇ ਜ਼ੋਰ ਨਾਲ ਕੋਈ ਕਾਰਜ ਕਰਦੇ ਹਾਂ ਤਾਂ ਥੱਕ ਜਾਂਦੇ ਹਾਂ, ਟੁੱਟ ਜਾਂਦੇ ਹਾਂ, ਕਾਲੇ ਪੈ ਜਾਂਦੇ। ਪਰ ਜੋ ਮਾਲਕ ਦੇ ਜ਼ੋਰ ਨਾਲ ਕਾਰਜ ਕਰਦਾ ਹੈ, ਜੋ ਉਸ ਦੇ ਹੁਕਮ ਨਾਲ ਕਾਰਜ ਕਰਦਾ ਹੈ, ਉਹ ਕਾਰਜ ਵੀ ਸਾਰੇ ਕਰ ਲੈਂਦਾ, ਪਰ ਉਸ ਦਾ ਚਿਹਰਾ ਹਮੇਸ਼ਾ ਖੜਿਆ ਰਹਿੰਦਾ। ਕਦੇ ਕੋਈ ਰੋਸ ਨਹੀਂ, ਕਦੇ ਕੋਈ ਗੁੱਸਾ ਨਹੀਂ। ਕਿਉਂ? ਕਿਉਂਕਿ ਜ਼ੋਰ ਆਪਣਾ ਨਹੀਂ, ਮਾਲਕ ਦਾ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਸ ਤੇ ਉਹਦੀ ਨਦਰ ਹੋ ਜਾਏ, ਜੋ ਨਦਰ ਦਾ ਪਾਤਰ ਬਣ ਗਿਆ, ਉਸ ਦਾ ਮੰਗਣ ਅੰਦਰ ਤੇ ਦਾਨ ਦੇਣ ਅੰਦਰ ਵੀ ਜ਼ੋਰ ਨਾ ਰਿਹਾ, ਬਲਕਿ ਜਿਸ ਦਾ ਜ਼ੋਰ ਸੀ ਉਸ ਨਾਲ ਜੁੜਿਆ, ਉਸਨੇ ਜੋ ਮੰਗਵਾਇਆ ਫਿਰ ਮੰਗ ਲਿਆ। ਜੋ ਦਾਨ ਦੇਣਾ ਚਾਹਿਆ ਉਹ ਮੇਰੇ ਹੱਥੋਂ ਦਾਨ ਕਰਵਾ ਲਿਆ। ਤਾਂ ਜ਼ੋਰ ਨਾ ਬੋਲਣ ਵਿੱਚ ਹੈ, ਨਾ ਚੁੱਪ ਰਹਿਣ ਵਿੱਚ, ਨਾ ਮੰਗਣ ਵਿੱਚ, ਨਾ ਦਾਨ ਦੇਣ ਵਿੱਚ। ਅਤੇ ਨਾਲ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਗੁਰੂ ਪਿਆਰਿਓ, ਇਹ ਜ਼ਿੰਦਗੀ ਕਿੰਨੀ ਕੀਮਤੀ ਹੈ, ਅਨਮੋਲ ਹੈ, ਇਸ ਦਾ ਅੰਦਾਜ਼ਾ ਸਾਨੂੰ ਸਾਰੀ ਉਮਰ ਨਹੀਂ ਲੱਗਦਾ। ਅਸੀਂ ਤਾਂ ਪਲ ਪਲ ਇਹਨੂੰ ਲਾਮੇ ਦਿੰਦੇ ਰਹਿੰਦੇ ਹਾਂ ਕਿ ਇਹ ਕਿਹੋ ਜਿਹੀ ਜ਼ਿੰਦਗੀ ਮਾਲਕ ਨੇ ਦੇ ਦਿੱਤੀ ਹੈ, ਇਸ ਨਾਲੋਂ ਤਾਂ ਨਾ ਹੀ ਮਿਲਦੀ ਤਾਂ ਚੰਗਾ ਸੀ। ਪਰ ਜੋ ਅਕਾਲ ਪੁਰਖ ਨਾਲ ਇੱਕਮਿਕ ਹੋਣ ਵਾਲੀ ਅਵਸਥਾ ਤੱਕ ਪਹੁੰਚਿਆ, ਜੋ ਨਦਰ ਦਾ ਪਾਤਰ ਬਣਿਆ, ਉਸ ਲਈ ਤਾਂ ਜੀਵਨ ਬਹੁਤ ਹੀ ਕੀਮਤੀ ਹੈ, ਬੜਾ ਹੀ ਅਨਮੋਲ ਹੈ, ਬੜਾ ਹੀ ਦੁਰਲਭ ਹੈ। ਇਸ ਤੋਂ ਵੱਧ ਕੀਮਤੀ ਹੋਰ ਕੀ ਹੋ ਸਕਦਾ ਹੈ? ਹੋਰ ਕੀ ਹੋ ਸਕਦਾ ਹੈ ਕਿ ਅਕਾਲ ਪੁਰਖ ਨੇ ਸਾਨੂੰ ਜਨਮ ਰੂਪੀ ਕੀਮਤੀ ਸੌਗਾਤ ਦਿੱਤੀ। ਇਸ ਲਈ ਜਿਸ ਨੂੰ ਕਰਮ ਦੀ ਸਮਝ ਹੈ ਉਹ ਜਾਣਦਾ ਹੈ ਕਿ ਜਨਮ ਤੇ ਮੌਤ ਤੇ ਵੀ ਸਾਡਾ ਕੋਈ ਜ਼ੋਰ ਨਹੀਂ। ਅਤੇ ਸਾਡੇ ਵਿੱਚੋਂ ਕਈ ਇਹ ਵੀ ਸੋਚਦੇ ਹਨ ਕਿ ਜੋ ਬੜੇ ਧਾਰਮਿਕ ਨੇ ਉਹਨਾਂ ਦੀ ਉਮਰ ਬੜੀ ਲੰਬੀ ਹੁੰਦੀ ਹੈ, ਉਹਨਾਂ ਨੂੰ ਮੌਤ ਜਲਦੀ ਨਹੀਂ ਆਉਂਦੀ, ਪਰ ਇੰਜ ਨਹੀਂ ਹੁੰਦਾ। ਜੋ ਮਾਲਕ ਦੀ ਨਜ਼ਰ ਅੰਦਰ ਹੈ ਉਹ ਜਾਣਦਾ ਹੈ ਕਿ ਇਸ ਅੰਦਰ ਵੀ ਸਾਡਾ ਜ਼ੋਰ ਨਹੀਂ। ਧਾਰਮਿਕ ਹੋਣਾ ਜਾਂ ਨਾ ਹੋਣਾ, ਇਸ ਨਾਲ ਉਮਰ ਦਾ ਸੰਬੰਧ ਨਹੀਂ। ਐਸੇ ਬਹੁਤ ਭਗਤ ਹਨ ਜੋ ਛੋਟੀ ਉਮਰੇ ਹੀ ਉਮਰ ਭੋਗ ਕੇ ਰੱਬ ਦੇ ਪਿਆਰੇ ਹੋ ਗਏ, ਅਤੇ ਕਈ ਐਸੇ ਹਨ ਜੋ ਬਹੁਤ ਲੰਮੀ ਉਮਰ ਭੋਗ ਕੇ ਵੀ ਗਏ। ਤਾਂ ਜਿਸ ਤੇ ਕਰਮ ਹੋਵੇ ਉਹੀ ਜਾਣਦਾ ਹੈ ਕਿ ਜਨਮ ਤੇ ਮੌਤ ਤੇ ਸਾਡਾ ਜ਼ੋਰ ਨਹੀਂ, ਇਹ ਤਾਂ ਮਾਲਕ ਦੀ ਦਾਤ ਹੈ, ਉਹਦਾ ਤੋਹਫਾ ਹੈ। ਸਾਨੂੰ ਇਸ ਤੋਹਫੇ ਨੂੰ ਉਸ ਦੇ ਹੁਕਮ ਅਨੁਸਾਰ ਬਿਤਾਉਣਾ ਹੈ। ਜੋ ਹੁਕਮ ਨੂੰ ਸਮਝ ਕੇ ਜਿਉਂਦਾ ਹੈ ਉਹ ਜਨਮ ਵਿੱਚ ਸਫਲ ਕਰ ਜਾਂਦਾ ਹੈ ਤੇ ਮੌਤ ਵੀ। ਤਾਂ ਗੁਰੂ ਪਾਤਸ਼ਾਹ ਇਸ ਤੁਕਰਾਂ ਫਰਮਾਉਂਦੇ ਹਨ ਕਿ ਨਾ ਜਿਉਂਦੇ ਰਹਿਣ ਵਿੱਚ ਅਤੇ ਨਾ ਮਰਨ ਵਿੱਚ ਆਪਣਾ ਜ਼ੋਰ ਚੱਲ ਸਕਦਾ ਹੈ। ਜਿਵੇਂ ਉਹ ਚਲਾਉਂਦਾ ਹੈ, ਜਿਵੇਂ ਉਸ ਦਾ ਜ਼ੋਰ ਹੈ, ਉਵੇਂ ਹੀ ਅਸੀਂ ਚੱਲਣਾ ਹੈ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜ਼ੋਰ ਨਾ ਰਾਜ ਮਾਲ ਮਨ ਸੋਰ। ਮਨੁੱਖ ਦੇ ਮਨ ਅੰਦਰ ਬੜੇ ਤਰ੍ਹਾਂ ਦੇ ਸੋਰ ਭਾਵ ਸ਼ੋਰ ਹਨ। ਅੱਜ ਕੱਲ੍ਹ ਜੋ ਸਭ ਤੋਂ ਵੱਧ ਮਨ ਅੰਦਰ ਸ਼ੋਰ ਹੈ ਉਹ ਹੈ ਰਾਜ ਦਾ, ਮਾਲ ਦਾ, ਪੈਸੇ ਦਾ। ਇਹ ਸ਼ੋਰ ਇੰਨਾ ਵੱਧ ਹੈ ਜਿੰਨਾ ਮਿਲ ਜਾਏ ਘੱਟ ਲੱਗਦਾ ਹੈ। ਜਿੰਨਾ ਕੋਈ ਵੱਧ ਪੈਸੇ ਵਾਲਾ ਹੋ ਜਾਂਦਾ ਉਨਾ ਵੱਧ ਹੋਰ ਸ਼ੋਰ ਮਨ ਅੰਦਰ ਪੈਦਾ ਹੋ ਜਾਂਦਾ ਹੈ। ਤਾਂ ਇਸ ਸ਼ੋਰ ਨੂੰ ਘੱਟ ਕਰਨ ਜਾਂ ਖਤਮ ਕਰਨ ਵਾਲੇ ਪਾਸੇ ਸਾਡਾ ਧਿਆਨ ਬਹੁਤ ਘੱਟ ਹੁੰਦਾ ਹੈ। ਜਿਸ ਦਾ ਧਿਆਨ ਮਨ ਦੇ ਸ਼ੋਰ ਨੂੰ ਘੱਟ ਕਰਨ ਵੱਲ ਜਾਂਦਾ ਹੈ ਉਹੀ ਗੁਰੂ ਦੀ ਬਾਣੀ ਨਾਲ ਜੁੜਦਾ ਹੈ ਅਤੇ ਮਨ ਨੂੰ ਸ਼ਾਂਤ ਕਰ ਲੈਂਦਾ ਹੈ। ਸ਼ਾਂਤ ਮਨ ਕੋਲ, ਪਵਿੱਤਰ ਮਨ ਕੋਲ ਪੈਸੇ ਹੋਵਣ ਜਾਂ ਨਾ ਹੋਵਣ, ਉਹ ਮਨ ਫਿਰ ਭੁੱਲ ਕੇ ਵੀ ਕੋਈ ਸ਼ੋਰ ਨਹੀਂ ਕਰਦਾ ਕਿ ਮੇਰੇ ਕੋਲ ਹੈ ਜਾਂ ਨਹੀਂ। ਕਿਉਂ? ਕਿਉਂਕਿ ਮਨ ਜਾਣ ਜਾਂਦਾ ਹੈ ਕਿ ਇਸ ਵਿੱਚ ਮੇਰਾ ਕੋਈ ਜ਼ੋਰ ਨਹੀਂ। ਭਾਵੇਂ ਉਹ ਰਾਜ ਤੇ ਬਿਠਾ ਦੇਵੇ ਜਾਂ ਘਾਈ ਬਣਾ ਦੇਵੇ, ਇਹ ਉਸ ਦਾ ਹੁਕਮ ਹੈ। ਇਸ ਅੰਦਰ ਮੇਰਾ ਕੋਈ ਜ਼ੋਰ ਨਹੀਂ। ਪਰ ਹਾਂ, ਜਿਸ ਵੀ ਹਾਲਾਤ ਅੰਦਰ ਅਕਾਲ ਪੁਰਖ ਰੱਖੇ, ਉਸ ਅੰਦਰ ਮਨ ਬੜੀ ਖੁਸ਼ੀ ਨਾਲ, ਬੜੇ ਉਤਸ਼ਾਹ ਨਾਲ ਰਹਿੰਦਾ ਹੈ ਕਿ ਸ਼ੁਕਰ ਹੈ ਦਾਤਾ ਜੀ, ਤੁਸੀਂ ਮੈਨੂੰ ਇਸ ਹਾਲਾਤ ਅੰਦਰ ਰੱਖਿਆ
ਆਪਣੇ ਨਾਮ ਨਾਲ ਜੋੜ ਕੇ ਰੱਖਿਆ ਤੇ ਨਾਲ ਹੀ ਇਹ ਵੀ ਯਾਦ ਰੱਖਦਾ ਕਿ ਮਨ ਦੇ ਵਿੱਚ ਜੋ ਰਾਜਮਾਲ ਦਾ ਸ਼ੋਰ ਜਾਂ ਧਨ ਸੰਪਤੀ ਆਦਿ ਦਾ ਸ਼ੋਰ ਹੈ, ਇਹ ਆਪਣੇ ਜ਼ੋਰ ਨਾਲ ਦੂਰ ਨਹੀਂ ਹੁੰਦਾ, ਬਲਕਿ ਉਸ ਦੇ ਜ਼ੋਰ ਨੂੰ ਸਮਝਿਆ ਹੀ ਮਨ ਦੇ ਸਾਰੇ ਸ਼ੋਰ, ਸਾਰੇ ਰੋਲੇ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਜੋ ਮਨ ਨਦਰ ਦਾ ਪਾਤਰ ਬਣਦਾ ਹੈ, ਜੋ ਉਸਦੇ ਕਰਮ ਅੰਦਰ ਆਉਂਦਾ ਹੈ, ਉਹ ਮਨ ਸਮਝ ਪਾਉਂਦਾ ਹੈ ਕਿ ਮੈਂ ਨਾਮ ਨਹੀਂ ਜਪ ਰਿਹਾ, ਮੈਂ ਕੋਈ ਵਿਚਾਰ ਨਹੀਂ ਕਰ ਰਿਹਾ। ਜਦ ਤੱਕ ਮੈਂ ਹਾਂ ਉਦੋਂ ਤੱਕ ਕੋਈ ਵਿਚਾਰ ਹੋ ਵੀ ਨਹੀਂ ਸਕਦੇ, ਫਿਰ ਤਾਂ ਮੈਂ ਮੇਰੀ ਹੀ ਹੈ। ਗੁਰੂ ਪਿਆਰਿਓ, ਉਸ ਦਾ ਕਰਮ ਹੋਇਆ ਹੈ ਤਾਂ ਵਿਚਾਰ ਹੋ ਰਹੀ ਹੈ, ਉਸ ਦਾ ਕਰਮ ਹੋਇਆ ਹੈ ਤਾਂ ਸੁਰਤੀ ਲੱਗ ਰਹੀ ਹੈ, ਧਿਆਨ ਲੱਗ ਰਿਹਾ ਹੈ, ਗਿਆਨ ਵਿਚਾਰ ਹੋ ਰਹੀ ਹੈ। ਇਸ ਅੰਦਰ ਸਾਡਾ ਕੋਈ ਜ਼ੋਰ ਨਹੀਂ। ਤਾਂ ਗੁਰੂ ਸਾਹਿਬ ਇਸ ਤੁਕਰੇ ਫਰਮਾਉਂਦੇ ਹਨ ਕਿ ਸੁਰਤ ਜੋੜਨ ਵਿੱਚ, ਗਿਆਨ ਤੇ ਵਿਚਾਰ ਵਿੱਚ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ। ਜਦੋਂ ਤੱਕ ਸਾਡਾ ਜ਼ੋਰ ਹੈ ਉਦੋਂ ਤੱਕ ਗਿਆਨ ਨਹੀਂ, ਅਗਿਆਨ ਹੈ। ਜਦ ਮਨ ਉਸਦੀ ਨਜ਼ਰ ਅੰਦਰ ਆ ਕੇ ਵਿਚਾਰ ਕਰਦਾ ਹੈ, ਗਿਆਨ ਸਮਝਦਾ ਹੈ ਜਾਂ ਨਾਮ ਜਪਦਾ ਹੈ, ਤਾਂ ਕੀਤਾ ਹੋਇਆ ਕਰਮ ਤਾਂ ਹੀ ਪੈ ਜਾਂਦਾ ਹੈ। ਇਸ ਤੋਂ ਅੱਗੇ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਜ਼ੋਰ ਨਾ ਜੁਗਤੀ ਛੁਟੈ ਸੰਸਾਰ। ਸੰਸਾਰ ਤੋਂ ਛੁੱਟਣ ਲਈ ਕਈ ਤਰ੍ਹਾਂ ਦੀਆਂ ਜੁਗਤੀਆਂ ਮਨ ਲਾਉਂਦਾ ਹੈ ਕਿ ਇਸ ਸੰਸਾਰ ਤੋਂ ਮਨ ਦੇ ਸੰਸਾਰ ਤੋਂ, ਮਨ ਦੇ ਵਿਕਾਰਾਂ ਤੋਂ ਮੁਕਤ ਹੋਣ ਲਈ, ਬੰਧਨਾਂ ਤੋਂ ਆਜ਼ਾਦ ਹੋਣ ਲਈ ਕਈ ਸਾਰੀਆਂ ਜੁਗਤੀਆਂ ਮਨ ਲਾਉਂਦਾ ਹੈ। ਪਰ ਸਿਰਫ ਜੁਗਤਾਂ ਨਾਲ ਮਨ ਨਹੀਂ ਛੁੱਟਦਾ। ਜੇ ਇੰਜ ਹੁੰਦਾ ਤਾਂ ਅਸੀਂ ਆਪਣੇ ਆਪ ਹੀ ਹਰੇਕ ਬੰਧਨ ਤੋਂ ਛੁੱਟ ਜਾਣਾ ਸੀ। ਪਰ ਜਦ ਤੱਕ ਉਸ ਦਾ ਕਰਮ ਨਾ ਹੋਵੇ ਤਾਂ ਸਾਡੇ ਕੀਤੇ ਸਾਰੇ ਕਰਮ ਵਿਅਰਥ ਹੋ ਜਾਂਦੇ ਨੇ। ਇਸ ਲਈ ਜੋ ਉਸ ਦੀ ਨਜ਼ਰ ਦਾ ਪਾਤਰ ਹੈ, ਜੋ ਵਿਕਾਰਾਂ ਤੋਂ ਮੁਕਤ ਹੋ ਚੁੱਕਾ ਹੈ, ਉਹ ਕਦੇ ਵੀ ਨਹੀਂ ਕਹਿੰਦਾ ਕਿ ਬੰਧਨਾਂ ਤੋਂ ਆਜ਼ਾਦ ਹੋਣ ਵਿੱਚ ਮੇਰਾ ਕੋਈ ਜ਼ੋਰ ਹੈ। ਨਹੀਂ, ਗੁਰੂ ਸਾਹਿਬ ਇਸ ਤੁਕਰੇ ਫਰਮਾਉਂਦੇ ਹਨ ਕਿ ਜਿਸ ਜੁਗਤੀ ਨਾਲ ਸੰਸਾਰ ਤੋਂ ਛੁਟਕਾਰਾ ਹੋ ਸਕਦਾ ਹੈ, ਉਸ ਦੇ ਕਮਾਉਣ ਵਿੱਚ ਵੀ ਸਾਡਾ ਜ਼ੋਰ ਨਹੀਂ ਚੱਲ ਸਕਦਾ। ਫਿਰ ਕਿਸ ਦਾ ਜ਼ੋਰ ਚੱਲਦਾ ਹੈ? ਕੌਣ ਹੈ ਜਿਸ ਦੇ ਜ਼ੋਰ ਨਾਲ ਸਾਰਾ ਸੰਸਾਰ ਚੱਲ ਰਿਹਾ ਹੈ? ਕੌਣ ਹੈ ਜਿਸ ਦੇ ਜ਼ੋਰ ਨਾਲ ਹਰ ਤਰ੍ਹਾਂ ਦਾ ਗਿਆਨ ਮਿਲਦਾ ਪਿਆ ਹੈ, ਜਿਸ ਦੇ ਜ਼ੋਰ ਨਾਲ ਜਨਮ ਮਰਨ ਹੋ ਰਿਹਾ? ਉਸ ਬਾਰੇ ਗੁਰੂ ਸਾਹਿਬ ਅਗਲੀ ਤੁਕ ਅੰਦਰ ਫਰਮਾਉਂਦੇ ਹਨ ਕਿ ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਸੋ ਜੋ ਮਨ ਮਿਲਾਪ ਵਾਲੀ ਪੌੜੀ ਤੱਕ ਪੁੱਜਦਾ ਹੈ, ਜੋ ਕਰਮਖੰਡ ਤੱਕ ਪੁੱਜਦਾ ਹੈ, ਉਹ ਸਮਝ ਪਾਉਂਦਾ ਹੈ ਕਿ ਇਸ ਜਗਤ ਅੰਦਰ ਸਾਡਾ ਕੋਈ ਜ਼ੋਰ ਨਹੀਂ। ਜਿਸ ਹੱਥ ਭਾਵ ਜਿਸ ਅਕਾਲ ਪੁਰਖ ਦੇ ਹੱਥ ਵਿੱਚ ਜ਼ੋਰ ਹੈ, ਜਿਸ ਦੇ ਜ਼ੋਰ ਨਾਲ ਸਾਰਾ ਜਗਤ ਚੱਲਦਾ ਹੈ, ਉਹੀ ਰਚਨਾ ਰਚ ਕੇ ਕਰ ਕੇ ਵੇਖਿਆ ਭਾਵ ਸੰਭਾਲ ਰਿਹਾ ਹੈ। ਉਹੀ ਰਚ ਵੀ ਰਿਹਾ ਹੈ, ਸੰਭਾਲ ਵੀ ਰਿਹਾ ਹੈ, ਦਾਤਾਂ ਵੀ ਦੇ ਰਿਹਾ ਹੈ, ਨਾਮ ਵੀ ਜਪਾ ਰਿਹਾ। ਗੁਰੂ ਪਿਆਰੋ, ਜਿਸ ਮਨ ਨੂੰ ਇਹ ਹੁਕਮ ਸਮਝ ਆ ਜਾਏ ਕਿ ਇੱਥੇ ਸਿਰਫ ਇੱਕ ਦਾ ਹੀ ਜ਼ੋਰ ਹੈ, ਇੱਕ ਦਾ ਹੀ ਹੁਕਮ ਹੈ, ਉਹ ਫਿਰ ਹੋਰ ਜ਼ੋਰ ਲਾਉਣ ਦੀ ਥਾਂ ਇੱਕ ਦਾ ਹੋ ਜਾਂਦਾ ਹੈ। ਜਦ ਇੱਕ ਦਾ ਹੋ ਜਾਂਦਾ ਹੈ ਤਾਂ ਉਹ ਵੀ ਇਸ ਕੁਦਰਤ ਦਾ ਹਿੱਸਾ ਹੋ ਜਾਂਦਾ ਹੈ। ਜਿਵੇਂ ਬਾਕੀ ਸਾਰੇ ਜੀਵ, ਸਾਰੇ ਪਦਾਰਥ ਉਸ ਦੇ ਹੁਕਮ ਅੰਦਰ ਚੱਲਦੇ ਹਨ, ਇੰਜ ਹੀ ਮਨ ਵੀ ਚੱਲਣ ਲੱਗ ਪੈਂਦਾ ਹੈ। ਜਿਸ ਵਹਿਣ ਵਿੱਚ ਮਾਲਕ ਲੈ ਜਾਂਦਾ ਹੈ, ਉਸ ਵਿੱਚ ਵਹਿ ਤੁਰਦਾ ਹੈ। ਤਾਂ ਗੁਰੂ ਸਾਹਿਬ ਇਸ ਪਾਵਨ ਪੰਕਤੀ ਅੰਦਰ ਫਰਮਾਉਂਦੇ ਹਨ ਕਿ ਉਹੀ ਅਕਾਲ ਪੁਰਖ ਰਚਨਾ ਰਚ ਕੇ ਉਸ ਦੀ ਹਰ ਪ੍ਰਕਾਰ ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿੱਚ ਜ਼ੋਰ ਹੈ, ਸਮਰੱਥਾ ਹੈ। ਤਾਂ ਗੁਰੂ ਪਿਆਰੋ, ਇਸ ਰਾਹ ਤੇ ਤੁਰਿਆ ਉਸ ਮਨ ਨੂੰ ਇਹ ਤਾਂ ਸਮਝ ਪੈਂਦੀ ਹੈ ਕਿ ਇਸ ਸੰਸਾਰ ਅੰਦਰ ਇੱਕ ਦਾ ਜ਼ੋਰ ਹੈ, ਅਤੇ ਨਾਲ ਹੀ ਇਸ ਰਾਹ ਤੇ ਤੁਰਿਆ ਉਸ ਨੂੰ ਜ਼ਿੰਦਗੀ ਦੇ ਬਹੁਤ ਅਣਮੁੱਲੇ ਰਾਜ ਵੀ ਪਤਾ ਚੱਲਦੇ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਕਿ ਉਸ ਦੇ ਜ਼ੋਰ ਅੰਦਰ ਰਿਹਾ ਹੀ ਜ਼ਿੰਦਗੀ ਸੋਹਣੀ ਬਣਦੀ ਹੈ, ਜੀਵਨ ਹਮੇਸ਼ਾ ਤਾਜ਼ਾ ਤੇ ਆਨੰਦ ਭਰਪੂਰ ਰਹਿੰਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਵਿਚਾਰ ਜੋ ਸਮਝ ਆਉਂਦੀ ਹੈ, ਉਸ ਬਾਰੇ ਅੰਤ ਵਾਲੀ ਤੁਕ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਨਕ ਉੱਤਮ ਨੀਚ ਨਾ ਕੋਈ। ਸੋ ਜਿਸ ਮਨ ਨੂੰ ਇਹ ਸਮਝ ਪੈ ਜਾਏ ਕਿ ਮੇਰਾ ਕਿਸੇ ਤੇ ਕੋਈ ਜ਼ੋਰ ਨਹੀਂ, ਬਲਕਿ ਅਕਾਲ ਪੁਰਖ ਦੇ ਜ਼ੋਰ ਨਾਲ ਹੀ ਸਾਰਾ ਜਗਤ ਚੱਲ ਰਿਹਾ ਹੈ, ਫਿਰ ਉਸ ਮਨ ਅੰਦਰ ਕੋਈ ਤੇਰ ਮੇਰ, ਕੋਈ ਭੇਦਭਾਵ, ਕੋਈ ਊਚ ਨੀਚ ਨਹੀਂ ਰਹਿ ਜਾਂਦੀ। ਉਸ ਲਈ ਤਾਂ ਹਰ ਕੋਈ ਉਸ ਦਾ ਹੀ ਰੂਪ ਹੈ, ਹਰੇਕ ਅੰਦਰ ਉਸ ਦੀ ਜੋਤ ਹੈ। ਉਸ ਲਈ ਕੋਈ ਮਾੜਾ ਨਹੀਂ, ਕੋਈ ਚੰਗਾ ਨਹੀਂ, ਉਸ ਲਈ ਸਾਰੇ ਬਰਾਬਰ ਹਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਨਾਨਕ, ਅਕਾਲ ਪੁਰਖ ਦੇ ਜ਼ੋਰ ਨੂੰ ਸਮਝਿਆ ਹੈ, ਉਸ ਦੇ ਕਰਮ ਦੇ ਪਾਤਰ ਬਣਿਆ ਹੀ ਪਤਾ ਲੱਗਦਾ ਹੈ ਕਿ ਇੱਥੇ ਨਾ ਕੋਈ ਉੱਚਾ ਹੈ, ਨਾ ਕੋਈ ਨੀਵਾਂ ਹੈ, ਬਲਕਿ ਸਾਰੇ ਹੀ ਬਰਾਬਰ ਨੇ, ਸਾਰੇ ਹੀ ਉਸ ਦੀ ਜੋਤ ਨੇ। ਹਰੇਕ ਅੰਦਰ ਅਕਾਲ ਪੁਰਖ ਨੇ ਕੁਝ ਨਾ ਕੁਝ ਪਾਇਆ ਹੈ। ਬਸ ਲੋੜ ਹੈ ਤਾਂ ਉਸ ਨੂੰ ਗੁਰੂ ਸਾਹਿਬ ਦੀ ਬਾਣੀ ਰਾਹੀਂ ਪਛਾਣਨ ਦੀ। ਆਪਣੇ ਆਪ ਨੂੰ ਜਾਣਿਆ ਹੀ ਆਪਣੀ ਤੇ ਅਕਾਲ ਪੁਰਖ ਦੀ ਸਮਝ ਆਉਂਦੀ ਹੈ। ਇੱਕ ਨਾਲ ਇੱਕ ਹੋਇਆ ਹੀ ਪਤਾ ਲੱਗਦਾ ਹੈ ਕਿ ਹਰੇਕ ਉੱਤੇ ਇੱਕ ਦਾ ਹੀ ਜ਼ੋਰ ਹੈ, ਹਰ ਕੋਈ ਇੱਕ ਦੀ ਹੀ ਰੂਹ ਹੈ। ਇੱਥੇ ਕੋਈ ਵੱਡਾ ਜਾਂ ਛੋਟਾ ਨਹੀਂ, ਬਲਕਿ ਹਰ ਕੋਈ ਬਰਾਬਰ ਹੈ। ਗੁਰੂ ਪਿਆਰਿਓ, ਸਾਡੀ ਨਜ਼ਰ ਅੰਦਰ ਕੋਈ ਛੋਟਾ ਵੱਡਾ ਹੋ ਸਕਦਾ ਹੈ। ਕਿਉਂਕਿ ਅਸੀਂ ਵਿਕਾਰੀ ਐਨਕਾਂ ਲਾ ਕੇ ਇਸ ਜਗਤ ਨੂੰ ਦੇਖਦੇ ਹਾਂ,
ਆਪਣੇ ਜ਼ੋਰ ਨਾਲ ਜਗਤ ਨੂੰ ਦੇਖਦੇ ਹਾਂ, ਪਰ ਜੋ ਅਕਾਲ ਪੁਰਖ ਨੂੰ ਅੰਗ ਸੰਗ ਜਾਣਦਾ ਹੈ, ਜੋ ਉਸ ਦੀ ਨਜ਼ਰ ਦਾ ਪਾਤਰ ਹੈ, ਉਸ ਲਈ ਹਰ ਕੋਈ ਬਰਾਬਰ ਹੈ। ਇਸ ਲਈ ਉਹ ਹਰ ਕਿਸੇ ਨਾਲ ਇੱਕੋ ਜਿਹਾ ਵਿਵਹਾਰ ਕਰਦਾ ਹੈ, ਹਰ ਕਿਸੇ ਨੂੰ ਉਸ ਦਾ ਰੂਪ ਜਾਣ ਕੇ ਨਮਸਕਾਰ ਕਰਦਾ ਹੈ, ਹਰ ਕਿਸੇ ਨੂੰ ਉਸ ਦਾ ਹੀ ਰੂਪ ਜਾਣਦਾ ਹੈ। ਤਾਂ ਗੁਰੂ ਪਿਆਰੋ, ਇਸੇ 33ਵੀਂ ਪੌੜੀ ਜਿਸ ਅੰਦਰ ਗੁਰੂ ਸਾਹਿਬ ਨੇ ਨਦਰ ਬਾਰੇ ਫਰਮਾਇਆ, ਜ਼ੋਰ ਬਾਰੇ ਸਮਝਾਇਆ ਕਿ ਇਸ ਜਗਤ ਅੰਦਰ ਸਾਡਾ ਨਹੀਂ ਬਲਕਿ ਅਕਾਲ ਪੁਰਖ ਦਾ ਜ਼ੋਰ ਚੱਲਦਾ ਹੈ ਅਤੇ ਉਸ ਦੇ ਜ਼ੋਰ ਅੰਦਰ ਚੱਲਿਆ ਹੀ ਮਨ ਨੂੰ ਹਰ ਤਰ੍ਹਾਂ ਦੀ ਸੋਝੀ ਆਉਂਦੀ ਹੈ। ਤਾਂ ਗੁਰੂ ਪਿਆਰੋ, ਆਓ ਅਸੀਂ ਵੀ ਅਕਾਲ ਪੁਰਖ ਦੇ ਹੁਕਮ ਨੂੰ ਸਮਝੀਏ, ਉਸ ਦੇ ਕਰਮ ਦੇ ਪਾਤਰ ਬਣੀਏ ਅਤੇ ਉਸ ਇੱਕ ਨਾਲ ਇੱਕ ਹੋ ਕੇ ਜੀਵਨ ਨੂੰ ਸਫਲ ਕਰੀਏ, ਹਰ ਪਾਸੇ ਉਸ ਇੱਕ ਦੀ ਜੋਤ ਨੂੰ ਪਛਾਣਨ ਵਾਲੇ ਬਣੀਏ। ਅੰਤ ਵਿੱਚ ਇਸ ਪੂਰੀ ਵਿਚਾਰ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਇਸ ਵਿਚਾਰ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।